कहानी सोन चिड़ी या मक्खी, कहानीकार अमरजीत चाहल, आवाज़ सीमा गरेवाल। ਲੱਕੜ ਦੀਆਂ ਪੌੜੀਆਂ ਦੀ ਤਿੜਕ ਚਿੜਕ ਭਾਰੇ ਬੂਟਾਂ ਨਾਲ ਠੱਪਦਾ ਇੰਦਰ ਦਰਵਾਜ਼ੇ ਮੂਹਰੇ ਆ ਖੜਾ ਹੋਇਆ। ਉਸ ਹਥਲੇ ਚਾਬੀਆਂ ਦੇ ਗੁੱਛੇ 'ਚੋਂ ਚਾਬੀ ਟੋਈ ਤੇ ਟਿਕ ਕਰਕੇ ਜਿੰਦਰਾ ਖੋਲ ਅੰਦਰ ਲੰਘ ਗਿਆ। ਲੱਕੜ ਦਾ ਫਰਸ਼ ਉਸਦੇ ਕਦਮ ਚੁੱਕਣ ਤੇ ਚੀਕ ਰਿਹਾ ਸੀ। ਉਸ ਯਤਨ ਕੀਤਾ ਕਿ ਤੁਰਨ ਨਾਲ ਆਵਾਜ਼ ਪੈਦਾ ਨਾ ਹੋਵੇ। ਪਰਿਵਾਰ ਦੇ ਬਾਕੀ ਸੁੱਤੇ ਪਏ ਜੀਅ ਬੇਆਰਾਮ ਨਾ ਹੋਣ ਤੇ ਬੇਸਮੈਂਟ ਵਿੱਚ ਰਹਿਣ ਵਾਲੀ ਵੀ ਬੁਰਾ ਨਾ ਮਨਾਵੇ। ਕਈ ਮਹੀਨੇ ਬੇਸਮੈਂਟ ਖਾਲੀ ਹੋਣ ਤੋਂ ਬਾਅਦ ਮਸਾਂ ਹੀ ਤਾਂ ਕਿਰਾਏ ਤੇ ਚੜਿਆ ਸੀ, ਪਰ ਉਹ ਇਸ ਕਾਰਜ ਵਿੱਚ ਸਫਲ ਨਾ ਹੋ ਸਕਿਆ। ਉਸਨੂੰ ਤਾਂ ਆਪਣੇ ਸਾਹ ਲੈਣ ਦੀ ਆਵਾਜ਼ ਵੀ ਘਰ ਦੇ ਕੋਨੇ ਨਾਲ ਟਕਰਾ ਕੇ ਵਾਪਸ ਆ ਰਹੀ ਮਹਿਸੂਸ ਹੁੰਦੀ ਸੀ। ਉਸ ਹੌਲੀ ਹੌਲੀ ਆਪਣੇ ਕੰਮ ਵਾਲੇ ਕੱਪੜੇ ਤੇ ਬੂਟ ਉਤਾਰੇ। ਸਲੀਪਰਾਂ ਦੀ ਫਟਕ ਫਟਕ ਤੋਂ ਡਰਦਾ ਉਹ ਨੰਗੇ ਪੈਰੀ ਰਸੋਈ ਵਿੱਚ ਆਇਆ। ਨਿੱਕੇ ਪੈਰ 'ਚ ਠੰਡੇ ਫਰਸ਼ ਤੇ ਨੂੰ ਛੂਏ ਤਾਂ ਉਸਨੂੰ ਇੱਕ ਚੁੰਚਣੀ ਆਈ। ਫਰਿੱਜ ਖੋਲ੍ਹਣ ਨਾਲ ਹੋਈ ਰੋਸ਼ਨੀ ਰਸੋਈ ਵਿੱਚ ਖਿੰਡ ਗਈ। ਛੇਤੀ ਉਸ ਕੰਧ ਉੱਪਰ ਲਟਕਦੇ ਕਲੌਕ ਵੱਲ ਤੱਕਿਆ। ਸਵੇਰ ਦੇ 2 ਵੱਜ ਰਹੇ ਸਨ। ਜੂਠੇ ਗਲਾਸ ਨੂੰ ਜਦੋਂ ਬੇਸਣ ਵਿੱਚ ਰੱਖ ਰਿਹਾ ਸੀ ਤਾਂ ਮੰਜਾ ਚੀਕਣ ਦੀ ਆਵਾਜ਼ ਨੇ ਘਰ ਦੀ ਚੁੱਪ ਨੂੰ ਭੰਗ ਕੀਤਾ। ਰਤਨੀ ਨੇ ਪਾਸਾ ਪਰਤਿਆ ਤੇ ਇੰਦਰ ਨੂੰ ਪਤਾ ਲੱਗ ਗਿਆ ਕਿ ਉਹ ਜਾਗਦੀ ਹੈ। ਕਮਰੇ ਵਿੱਚ ਪਹੁੰਚਣ ਤੇ ਰਤਨੀ ਨੇ ਪੁੱਛਿਆ, ਆ ਗਏ? ਉਹ ਰੋਜ਼ ਵਾਂਗ ਉੱਤਰ ਦਿੱਤਾ, ਹਾਂ। ਉਂਝੋ ਕਦੇ ਕਦੇ ਮਖੌਲਾਂ ਨਾਲ ਆਖ ਦਿੰਦਾ ਹੁੰਦਾ ਸੀ, ਨਹੀਂ ਅਜੇ ਤਾਂ ਨਹੀਂ ਆਇਆ। ਉਸਦੀ ਤੀਵੀਂ ਨੇ ਲੰਮੇ ਪਿਆਈ ਹੱਥ ਵਧਾ ਕੇ ਨਿੰਮੀ ਰੋਸ਼ਨੀ ਵਾਲੀ ਬੱਤੀ ਜਗਾ ਲਈ। ਇੰਦਰ ਨੇ ਸੌਣ ਵਾਲੇ ਕੱਪੜੇ ਪਾਏ ਤੇ ਰਜ਼ਾਈ ਦਾ ਪੱਲਾ ਚੁੱਕ ਕੇ ਲੇਟ ਗਿਆ। ਨਿੰਮੀ ਰੋਸ਼ਨੀ ਵਾਲੀ ਬੱਤੀ ਬੁਝ ਗਈ। ਹੋਰ ਫਿਰ ਕੁਝ ਨਵੀਂ ਤਾਜ਼ੀ? ਨਵੀਂ ਤਾਜ਼ੀ ਕੋਈ? ਜਿਸ ਤੋਂ ਉਸਦਾ ਭਾਵ ਸੀ ਕਿ ਕੰਮ ਤੇ ਜਾਣ ਪਿੱਛੋਂ ਕੋਈ ਆਇਆ ਗਿਆ ਵਗੈਰਾ। ਨਹੀਂ, ਕੋਈ ਨਹੀਂ। ਉਸ ਰਤਨੀ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ। ਉਸ ਪੁੱਛਿਆ, ਕਿਉਂ, ਕੀ ਗੱਲ? ਹਾਂ, ਤੁਹਾਨੂੰ ਨਹੀਂ ਪਤਾ ਵੀ ਮੈਂ ਬਿਮਾਰ ਹਾਂ? ਉਹ ਥੋੜੀ ਜਿਹੀ ਤਲਖ ਹੋ ਕੇ ਬੋਲੀ, ਹੱਦ ਹੋ ਗਈ ਆ। ਵੀਕ ਲੰਘਣ ਨੂੰ ਫਿਰਦੀ, ਤੂੰ ਅਜੇ ਤੱਕ ਠੀਕ ਨਹੀਂ ਹੋਈ? ਕੁਝ ਪਲ ਦੋਵੇਂ ਚੁੱਪ ਰਹੇ। ਤਦ ਉਸਨੂੰ ਯਾਦ ਆਇਆ ਤੇ ਉਹ ਇੱਕ ਨਿੱਕੀ ਗੁੱਝੀ ਖੁਸ਼ੀ ਨਾਲ ਬੋਲਿਆ, ਚੱਲ ਹੋਰ ਕੁਝ ਨਹੀਂ ਤਾਂ ਫਿਰ ਥੱਲੇ ਵਾਲੀ ਦੀ ਕੋਈ ਗੱਲਬਾਤ ਹੀ ਸੁਣਾ ਦੇ। ਗੱਲਬਾਤ ਸੁਣਾ ਦੇ ਥੱਲੇ ਵਾਲੀ ਦੀ ਕੋਈ। ਉਸਦਾ ਜਵਾਬ ਸੁਖਾਵਾਂ ਨਹੀਂ ਸੀ। ਇੰਦਰ ਇੰਜ ਝੁੰਝਲਾ ਉੱਠਿਆ ਕਿ ਉਸਦਾ ਜੀ ਕੀਤਾ ਕਿ ਰਤਨੀ ਦੇ ਹੱਡ ਸੇਕ ਦਿਆਂ। ਪਰ ਉਸਨੂੰ ਖਾਮੋਸ਼ ਰਾਤ ਵਿੱਚ ਨਾਲ ਦੇ ਕਮਰਿਆਂ ਵਿੱਚ ਸੁੱਤੇ ਪਏ ਜਵਾਨ ਪੁੱਤਰਾਂ ਦੇ ਅਹਿਸਾਸ ਨੇ ਅਜਿਹਾ ਕਰਨ ਨਾ ਦਿੱਤਾ। ਇੱਕ ਪਲ ਉਸਦੀ ਸੋਚ ਸੁੰਨ ਹੋ ਗਈ, ਪਰੰਤੂ ਫਿਰ ਉਸਨੇ ਸੋਚਿਆ ਕਿ ਸ਼ਾਇਦ ਰਤਨੀ ਨੂੰ ਕੋਈ ਐਸੀ ਗੱਲ ਉਸ ਦਿਨ ਬਿੜਕ ਗਈ ਹੋਵੇ
जिस दिन शमिंदर आई सी, उसदियां खचरियां अखां मेकअप नाल लिपिया चेहरा ते लिपस्टिक नाल पोचे होंठ इंਦਰ ਨੂੰ ਹਿਲਦੇ याद आए। सच जाणिओ भाजी, ਹੁਣ ਤਾਂ ਜੀ ਕਰਦਾ ਵੀ ਕਿਸੇ ਦੀ ਬਾਂਹ ਵਿੱਚ ਬਾਂਹ ਪਾ ਕੇ ਉਹਨਾਂ ਦੇ ਮੂਹਰੇ ਫਿਰਾਂ, ਕਿਸੇ ਦਾ ਵਸਦਾ ਘਰ ਪੱਟਾਂ। ਜੋ ਈਰਖਾ ਉਹਨੇ ਮੇਰੇ ਪੱਲੇ ਪਾਈ ਹੈ ਉਸ ਨਾਲ ਉਹਨਾਂ ਦੀ ਝੋਲੀ ਭਰ ਦਿਆਂ। ਸੱਚੀ ਭਾਜੀ। ਪਹਿਲੇ ਦਿਨ ਆਈ ਤੇ ਪਹਿਲੇ ਹੀ ਦਿਨ ਆਪਣੀ ਰਾਮ ਕਹਾਣੀ ਲੈ ਕੇ ਬੈਠ ਗਈ। ਸੌਰੀ ਨੂੰ ਕੋਈ ਪੁੱਛਣ ਵਾਲਾ ਹੁੰਦਾ ਵੀ ਮੈਂ ਤੇਰੇ ਮਾਮੇ ਦਾ ਪੁੱਤ ਹਾਂ, ਜਿਸ ਨੂੰ ਆਪਣੀ ਕਹਿਣ ਨੂੰ ਕੀ ਕਰਨਾ, ਤੀਵੀਂ ਕਮਾਲ ਆ। ਤੇ ਉਹ ਰਤਨੀ ਦੇ ਨਾਲ ਪਿਆ ਸ਼ਮਿੰਦਰ ਝੁਲਝ ਗਿਆ। ਇੰਦਰ ਵੱਲ ਨੂੰ ਪਿੱਠ ਕਰਦਿਆਂ ਸਾਰੀ ਰਤਨੀ ਨੇ ਸ਼ਮਿੰਦਰ ਦਾ ਨਖਰੀਲਾ ਚਿਹਰਾ ਸਾਹਮਣੇ ਆਇਆ। ਜਿਸਨੇ ਇੱਕ ਖਾਸ ਅਦਾ ਦੇ ਨਾਲ ਠੰਡਾ ਸਾਹ ਭਰ ਕੇ ਸ਼ੁਰੂ ਕੀਤੀ ਸੀ। ਗੱਲ ਇੱਕ ਖਾਸ ਅਦਾ ਦੇ ਨਾਲ ਤੇ ਠੰਡਾ ਜਿਹਾ ਸਾਹ ਭਰ ਕੇ ਸ਼ੁਰੂ ਕੀਤੀ ਸੀ। ਮਾੜੇ ਕਰਮਾਂ ਨੂੰ ਨਾ ਇੱਕ ਦਿਨ ਅੰਗਰੇਜ਼ੀ ਦਾ ਅਖਬਾਰ ਖਰੀਦ ਬੈਠੀ। ਉਹਦੇ ਵਿੱਚ ਇਹਨਾਂ ਦਾ ਇਸ਼ਤਿਹਾਰ ਸੀ, ਕੈਨੇਡਾ ਤੋਂ ਇੱਕ ਨੌਜਵਾਨ ਲੜਕੇ ਵਾਸਤੇ ਇੱਕ ਪੜ੍ਹੀ ਲਿਖੀ ਸੁਸ਼ੀਲ ਕੰਨਿਆ ਦੀ ਲੋੜ ਹੈ। ਧਰਮ, ਜਾਤ ਪਾਤ ਤੇ ਦਾਜ ਨਾਲੋਂ ਕਹਿੰਦੇ ਲੜਕੀ ਨੂੰ ਤਰਜੀਹ ਦਿੱਤੀ ਜਾਏਗੀ। ਚਾਹਵਾਨ ਸੱਜਣ ਇਸ ਪਤੇ ਤੇ ਚਿੱਠੀ ਪੱਤਰ ਕਰਨ। ਭਾਜੀ ਮੈਂ ਆਪਣੇ ਘਰਦਿਆਂ ਤੋਂ ਚੋਰੀ ਇਹਨਾਂ ਨੂੰ ਚਿੱਠੀ ਲਿਖ ਦਿੱਤੀ, ਫੋਟੋ ਵੀ ਭੇਜੀ। ਤੇ ਜਦ ਤੱਕ ਇਹਨਾਂ ਦੀ ਤਰਫੋਂ ਚਿੱਠੀ ਦਾ ਮੋੜ ਨਹੀਂ ਆ ਗਿਆ ਨਾ, ਮੈਂ ਹਰ ਰੋਜ਼ ਅਰਦਾਸ ਕਰਨੀ ਵੀ ਹੇ ਸੱਚੇ ਰੱਬਿਆ, ਹੇ ਰੱਬ ਸੱਚਾ, ਕਿਤੇ ਸਾਡੇ ਕਰਮਾਂ 'ਚ ਵੀ ਕਨੇਡਾ ਕਰੀ, ਅਸੀਂ ਵੀ ਕਾਰਾਂ 'ਚ ਚੜ੍ਹ ਕੇ ਐਸ਼ ਕਰਕੇ ਦੇਖ ਲਈਏ। 100 ਸੁੱਖਣਾ ਸੁੱਖਦੀ ਨੂੰ ਇਹਨਾਂ ਦਾ ਜਵਾਬ ਆਇਆ, ਅਖੇ ਫਲਾਣੇ ਥਾਂ ਕੇ ਮਿਲ। ਅੰਮੀ ਦੇ ਜ਼ਰੀਏ ਪਿਤਾ ਜੀ ਹੁਣਾਂ ਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ। ਉੱਪਰੋਂ ਨਾਰਾਜ਼ ਸੀ, ਪਰ ਕਨੇਡਾ ਦਾ ਨਾਂ ਸੁਣ ਕੇ ਭਰਮ ਗਏ। ਸਧਾਰਨ ਆਦਮੀ ਅਕਸਰ ਸੌਖੇ ਭਰਮਾਏ ਜਾ ਸਕਦੇ ਨੇ, ਹੈ ਨਾ। ਫਿਰ ਵੀ ਉਹਨਾਂ ਨੇ ਕਿਹਾ ਕਿ ਤੂੰ ਨਹੀਂ ਜਾ ਸਕਦੀ, ਉਹਨੂੰ ਇੱਥੇ ਬੁਲਾ ਲੈ, ਸਾਡੇ ਸਾਹਮਣੇ ਸਾਰੀ ਗੱਲਬਾਤ ਕਰਿਓ। ਭਾਜੀ ਮੈਂ ਦਿਲ ਨਾਲ ਪੱਕੀ ਕਰ ਲਈ ਸੀ ਵੀ ਕਿਸੇ ਤਰ੍ਹਾਂ ਵੀ ਹੋਵੇ ਇਹਨਾਂ ਨੂੰ ਹੱਥੋਂ ਨਹੀਂ ਮੈਂ ਜਾਣ ਦੇਣਾ। ਬਸ ਫਿਰ ਚਿੱਠੀ ਲਿਖ ਇਹਨਾਂ ਦੇ ਨਾਲ ਦਿਨ ਪੱਕਾ ਕਰ ਲਿਆ। ਸਾਹਿਬ ਹੁਣੀ ਆ ਗਏ ਮੋਟਰਸਾਈਕਲ ਤੇ, ਆਪਣੇ ਕਿਸੇ ਦੋਸਤ ਨਾਲ ਆਏ। ਸਾਡੇ ਸਾਰੇ ਟੱਬਰ ਨਾਲ ਬੈਠ ਕੇ ਚਾਹ ਪੀਤੀ, 2-4 ਰਸਮੀ ਜੀਆਂ ਗੱਲਾਂ ਕੀਤੀਆਂ, ਮੇਰੇ ਨਾਲ ਵੀ ਕੀਤੀਆਂ। ਆਹੋ ਸਾਰਿਆਂ ਨਾਲ ਹੀ ਬਹਿ ਕੇ ਜਿਵੇਂ ਕਰਦੇ ਹੁੰਦੇ ਨੇ। ਪਿਤਾ ਜੀ ਉਹਨਾਂ ਨੂੰ ਉਹਨਾਂ ਆਪਣੀਆਂ ਕਈ ਗੱਲਾਂ ਦੇ ਨਾਲ ਭਰਮਾ ਲਿਆ, ਬਹੁਤ ਵਧਾ ਚੜਾ ਕੇ ਦੱਸੀਆਂ ਗੱਲਾਂ, ਜਿਨ੍ਹਾਂ ਦਾ ਪਤਾ ਇੱਥੇ ਆ ਕੇ ਲੱਗਿਆ ਵੀ ਕਿੰਨਾ ਝੂਠ ਹੈ ਤੇ ਕਿੰਨਾ ਸੱਚ। ਜਾਣ ਲੱਗੇ ਕਹਿ ਗਏ ਕਿ 4ਵੇਂ-5ਵੇਂ ਨੂੰ ਦੱਸਾਂਗੇ। ਮੇਰੇ ਕਾਲਜ ਦਾ ਪਤਾ ਪੁੱਛਣ ਤੇ ਸਾਨੂੰ ਬਿੜਕ ਗਈ ਵੀ ਉੱਥੇ ਵੀ ਜਾਣਗੇ। ਹੋਈ ਵੀ ਉਹੀ ਗੱਲ। 3 ਕੁ ਦਿਨ ਸਰਦਾਰ ਹੋਣੀ ਕਾਲੀਆਂ ਐਨਕਾਂ ਜਿਹੀਆਂ ਲਾ ਕੇ ਕਾਲਜ ਦੇ ਗੇਟ ਤੇ ਮੂਹਰੇ ਆ ਗੱਜੇ। ਮਾਈ ਦੇ ਹੱਥ ਉਹਨਾਂ ਮੈਨੂੰ ਮਿਲਣ ਲਈ ਸੁਨੇਹਾ ਭੇਜਤਾ। ਮੈਂ ਆ ਗਈ ਤੇ ਉਹਨਾਂ ਮੈਨੂੰ ਬਾਹਰ ਕਿਸੇ ਹੋਟਲ ਵਿੱਚ ਚੱਲਣ ਲਈ ਕਿਹਾ। ਉਹ ਮੇਰੀ ਸਹੇਲੀ ਨੇ ਪਹਿਲਾਂ ਹੀ ਪੱਕਾ ਕਰਤਾ ਸੀ ਕਿ ਕਿਸੇ ਖੜੇ ਹੋਟਲ 'ਚ ਨਾ ਜਾਵੀਂ, ਜੇ ਵਿਗੜਨ ਤਾਂ ਬਾਅਦ 'ਚ ਆਪੇ ਦੇਖ ਲਾਂਗੀ। ਉਸ ਵੀ ਕਿਸੇ ਕੈਨੇਡੀਅਨ ਦੇ ਵੱਸ ਪੈ ਕੇ ਦੇਖ ਲਿਆ ਸੀ, ਜੋ ਉਹਨੂੰ ਖੱਜਲ ਖੁਆਰ ਕਰਕੇ ਕਿਸੇ ਹੋਰ ਨੂੰ ਲੈ ਗਿਆ ਸੀ ਨਾਲ। ਹਾਂ ਸਾਡੇ ਨਾ ਕਾਲਜ ਦੇ ਨਾਲ ਹੀ ਸੀ ਚਾਹ ਦੀ ਦੁਕਾਨ, ਤੇ ਉਹਦੇ ਵੱਲ ਇਸ਼ਾਰਾ ਕਰਕੇ ਮੈਂ ਕਿਹਾ ਵੀ ਨਾਲੇ ਚਾਹ ਪੀਓ ਤੇ ਨਾਲੇ ਗੱਲਾਂ ਕਰਿਓ। ਬਾਕੀ ਰਹੀ ਹੋਟਲ ਦੀ ਗੱਲ, ਉਹ ਮੈਂ ਕਿਧਰੇ ਨਹੀਂ ਜਾਣਾ। ਉੱਥੇ ਚਾਹ ਪੀਂਦਿਆਂ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਦਿਆਂ ਉਹਨਾਂ ਮੇਰਾ ਹੱਥ ਘੁੱਟ ਕੇ ਕਿਹਾ ਕਿ ਚੱਲ ਫਿਰ ਹੁਣ ਐਵੇਂ ਕਾਹਨੂੰ ਇੰਜ ਕਰਦੀ ਆ। ਮੈਂ ਸਾਫ਼ ਦੱਸਦਾ ਵੀ ਵਿਆਹ ਤੋਂ ਮਗਰੋਂ ਜਿਵੇਂ ਮਰਜ਼ੀ ਕਰ ਲਿਓ, ਪਹਿਲਾਂ ਹੱਥ ਲਾਇਆ ਤਾਂ ਆਪਣਾ ਪੜ੍ਹਿਆ ਵਿਚਾਰ ਲਿਓ।
ਨਾਲ ਹੀ ਮੈਂ ਉਹਦੇ ਗੁੱਸੇ ਨਾਲ ਉਹਦਾ ਹੱਥ ਚੜਾ ਲਿਆ। ਉਸ ਦਿਨ ਉਹ ਨਾਰਾਜ਼ ਹੋ ਕੇ ਚਲੇ ਗਏ। ਫਿਰ ਆਪ ਹੀ ਥੋੜ੍ਹੀ ਦਿਨ ਵਾਪਸ ਆ ਕੇ ਸੁਲਾਹ ਵੀ ਕਰ ਗਏ। ਨਾ ਆਉਂਦੇ ਤਾਂ ਮੈਂ ਖਤ ਲਿਖਣ ਹੀ ਵਾਲੀ ਸੀ, ਪਰ ਚਲੋ ਉਹ ਜਣੇ ਪ੍ਰਮਾਤਮਾ ਨੇ ਉਸ ਗੱਲ ਅਧੂਰੀ ਛੱਡਦਿਆਂ ਕਿਹਾ। ਉਹ ਬਹੁਤੀਆਂ ਗੱਲਾਂ ਕੀ ਕਰਨੀਆਂ ਭਾਜੀ। ਜਦੋਂ ਮੇਰਾ ਵਿਆਹ ਹੋਇਆ ਨਾ, ਉਦੋਂ ਲਾਸਟ ਈਅਰ 'ਚ 3 ਕੁ ਮਹੀਨੇ ਕਾਲਜ ਗਈ ਹੋਵਾਂਗੀ ਮੈਂ। ਵਿਆਹ ਤੋਂ ਬਾਅਦ ਮੈਂ ਕਿਹਾ ਵੀ ਮੇਰੀ 2 ਸਾਲਾਂ ਦੀ ਮਿਹਨਤ ਐਵੇਂ ਜਾਂਦੀ ਹੈ, ਕਾਲਜੋਂ ਨਹੀਂ ਹਟਦੀ ਮੈਂ। ਪਰ ਉਹ ਨਾ ਮੰਨੇ, ਕਹਿਣ ਲੱਗੇ ਵਿਆਹ ਹੋਇਆ, ਐਸ਼ ਕਰਦੇ ਹਾਂ, ਹੁਣ ਪੜ੍ਹ ਕੇ ਕੀ ਕਰਨਾ। ਉਹ ਥਾਂ ਦੇਖ ਲਏ ਵਿਆਹ ਕਰਾ ਕੇ ਜੋ ਕਦੇ ਸੋਚਿਆ ਵੀ ਨਹੀਂ ਸੀ ਦੇਖਣ ਨੂੰ। ਪੜ੍ਹਿਆ ਜ਼ਰੂਰ ਸੀ ਕਿਤਾਬਾਂ 'ਚ ਉਹਨਾਂ ਬਾਰੇ, ਮੈਂ ਬੜੀ ਖੁਸ਼ ਸਾਂ, ਬਹੁਤ ਜ਼ਿਆਦਾ ਖੁਸ਼, ਬਹੁਤ ਹੀ ਜ਼ਿਆਦਾ। ਤੇ ਬੜੀ ਹੈਰਾਨ ਵੀ ਕੱਲ ਕੀ ਸੀ ਤੇ ਅੱਜ ਕੀ ਬਣ ਗਈ। ਬੱਸਾਂ ਵਿੱਚ ਧੱਕੇ ਖਾਂਦੀ ਫਿਰਦੀ ਨੂੰ ਕਾਰ ਝੂਟਣ ਲਈ ਮਿਲ ਗਈ। ਕਈ ਵਾਰ ਕਾਰਾਂ ਕੰਨੀ ਦੇਖ ਸੋਚੀਂਦਾ ਸੀ ਵੀ ਕਿੰਨੇ ਖੁਸ਼ ਨਸੀਬ ਹੋਣਗੇ ਇਹ ਲੋਕ। ਤੇ ਫਿਰ ਕਾਰਾਂ ਝੂਟ ਕੇ ਵੀ ਦੇਖ ਲਈਆਂ, ਤੇ ਕਾਰਾਂ ਝੂਟਣ ਵਾਲੇ ਲੋਕਾਂ ਦੀ ਖੁਸ਼ ਨਸੀਬੀ ਵੀ। ਨਾ ਕੋਈ ਫਿਕਰ ਤੇ ਨਾ ਫਾਕਾ। ਸੱਚ ਮੰਨਿਓ, ਮੇਰੇ ਤਾਂ ਸੂਟ ਵੀ ਵਿਆਹ ਤੋਂ ਬਾਅਦ ਤੰਗ ਹੋ ਗਏ। ਸ਼ਮਿੰਦਰ ਨੇ ਆਪਣੇ ਸਰੀਰ ਨੂੰ ਪਹਿਲੇ ਦਿਨਾਂ ਨਾਲ ਮਾਪਿਆ। ਚਮਕ ਜੀ ਮੁਟਿਆਰ ਦੇ ਹੁਣ ਵੱਖੀ ਮਾਸ ਟਲਕ ਪੈਂਦਾ ਸੀ। ਬੇਫਿਕਰੀ ਦੇ 2 ਸਾਲਾਂ ਨੇ ਉਸਦੇ ਸਰੀਰ ਦਾ ਢਾਂਚਾ ਟੱਪਾ ਜਿਹਾ ਬਣਾ ਦਿੱਤਾ ਸੀ। ਇਸ ਵੇਲੇ ਸ਼ਮਿੰਦਰ ਥੋੜਾ ਜਿਹਾ ਮੁਸਕਰਾਈ। ਇੰਦਰ ਦਾ ਮੁੰਡਾ ਜੋ ਉੱਠਣ ਕਰਦਾ ਸੀ ਕਹਿਣ ਲੱਗਿਆ, ਆਂਟੀ ਅਜੇ ਨਾ ਸੁਣਾਇਓ, ਮੈਂ ਹੁਣੇ ਆਇਆ। ਇਸ ਤੇ ਸਾਰੇ ਹੱਸ ਪਏ, ਪਰ ਰਤਨੀ ਨੇ ਮਾੜਾ ਜਿਹਾ ਨੱਕ ਚੜਾ ਕੇ ਕਿਹਾ, ਕਿੱਡਾ ਪਾਠ ਹੋਣ ਡਿਆ। ਉਹ ਆਪ ਉੱਠਣ ਦੀ ਬਜਾਏ ਆਪਣੀ ਧੀ ਨੂੰ ਕਿਹਾ, ਕੁੜੇ ਗੀਗੋ, ਦਾਲ ਵਿੱਚ ਕੜਛੀ ਫੇਰਿਆ। ਕੀਕੋ ਦਾਲ ਵਿੱਚ ਕੜਛੀ ਫੇਰ ਆਈ। ਮੁੰਡਾ ਵੀ ਮੁੜ ਆਇਆ। ਹਾਂ ਆਂਟੀ, ਫਿਰ ਦੱਸੋ ਅੱਗੇ ਕੀ ਹੋਇਆ। ਫਿਰ ਕੀ ਸੀ ਕੀ ਕੀਏ। ਉਸ ਪਿਆਰ ਭਰੀ ਤੱਕਣੀ ਨਾਲ ਕੁੜੀ ਦੇ ਗਦਰੇ ਸਰੀਰ ਨੂੰ ਜਾਂਚਿਆ। ਇਹ ਉਮਰ ਕਿੰਨੀ ਪਿਆਰੀ ਹੈ ਨਾ। ਮਰਦ ਦੀ ਛੋਹ ਤੋਂ ਅਣਭਿੱਜ, ਗੱਲੀ ਬਾਤੀ ਰਸ ਮਾਨਣ ਵਾਲੀ ਨਿਰੀ ਬਰੂਦ, ਜਿਸਨੂੰ ਇੱਕ ਚਿੰਗਾੜੀ ਦੀ ਜ਼ਰੂਰਤ ਹੈ, ਸਿਰਫ ਇੱਕ ਚਿੰਗਾੜੀ ਦੀ। ਫਿਰ ਭਵਕ ਉੱਠੇਗੀ ਹੈ ਨਾ, ਇੱਕ ਚਿੰਗਾੜੀ ਦੀ ਜ਼ਰੂਰਤ ਹੈ ਸਿਰਫ। ਤੇ ਉਸਦਾ ਦਿਲ ਕੀਤਾ ਕਾਸ਼ ਉਹ ਫਿਰ ਪਹਿਲਾਂ ਵਰਗਾ ਹੋ ਜਾਵੇ। ਆਪਣੀ ਟੁੱਟੀ ਗੱਲ ਨੂੰ ਜੋੜਦਿਆਂ ਕਿਹਾ, ਫਿਰ ਤੁਹਾਡੇ ਕੈਨੇਡਾ ਆ ਗਏ। ਸਰਦਾਰ ਹੋਣਾ ਦੀ ਕੋਠੀ ਦੇ 6 ਫੁੱਟੇ ਬੇਸਮੈਂਟ ਵਿੱਚ ਰਹਿਣਾ ਸ਼ੁਰੂ ਕਰਤਾ। ਨਿਕੰਮਾ ਜਿਹਾ, ਕਿਸੇ ਰੁੱਖ ਢੰਗ ਦਾ ਵੀ ਨਹੀਂ ਸੀ ਬਣਿਆ ਹੋਇਆ। ਲਾਂਡਰੀ ਰੂਮ ਵਿੱਚ ਭਾਂਡੇ ਧੋਂਦੀ ਹੁੰਦੀ ਸਾਂ ਮੈਂ। ਖੈਰ ਮਾੜਾ ਚੰਗਾ ਜੋ ਵੀ ਸੀ ਹੁਣ ਆਪਣਾ ਸੀ। ਮਨ ਐਨ ਚਿੱਤ ਨਾਲ ਲਾਇਆ। ਕੋਈ 2-2.5 ਮਹੀਨਿਆਂ ਤੋਂ ਬਾਅਦ ਦੀ ਗੱਲ ਹੈ।
ਫੋਨ ਆਉਣਾ, ਤੇ ਜਦੋਂ ਮੈਂ ਚੱਕਣਾ ਨਾ ਅਗਲੇ ਨੇ ਬਗੈਰ ਕੋਈ ਗੱਲ ਕੀਤੇ ਰੱਖ ਦੇਣਾ। ਆਹੋ, ਜਦੋਂ ਮੈਂ ਚੱਕਣਾ ਪਤਾ ਨਹੀਂ ਕਾਹ ਤੋਂ ਬੰਦ ਕਰ ਦੇਣਾ ਅਗਲੇ ਨੇ। ਮੈਂ ਇਹਨਾਂ ਨੂੰ ਦੱਸਿਆ ਕਿ ਭਈ ਉਹਨਾਂ ਨੇ ਤਾਂ ਕੋਈ ਗੱਲ ਹੀ ਨਾ ਕੋਲੀ। ਉਨੀ ਦਿਨ ਹੀ ਮੈਨੂੰ ਆ ਹੋਣ ਵਾਲਾ ਸੀ। ਉਸ ਕਾਰਪੇਟ ਤੇ ਖੇਲ ਰਹੇ ਬੱਚੇ ਵੱਲ ਇਸ਼ਾਰਾ ਕੀਤਾ। ਤੇ ਜਦ ਹਫ਼ਤਾ ਭਰ ਹਸਪਤਾਲ ਰਹਿ ਕੇ ਆਈ ਨਾ ਮੈਂ, ਤੇ ਇਹਨਾਂ ਦੇ ਤੌਰ ਤਰੀਕੇ ਬਦਲੇ ਸੀ। ਐਵੇਂ ਗੱਲ ਗੱਲ ਤੇ ਖਿਝ ਪਿਆ ਕਰਨ। ਮੈਂ ਕਿਹਾ ਕੋਈ ਗੱਲ ਵੀ ਹੋਵੇ, ਹੁਣ ਮੈਂ ਤੁਹਾਨੂੰ ਏਡੀ ਕਮਲੀ ਲੱਗਣ ਲੱਗੀ ਆ? ਪਹਿਲਾਂ ਤਾਂ ਗੇੜੇ ਮਾਰਦਿਆਂ ਨੇ ਆਪਣੇ ਬੂਟ ਵੀ ਘਸਾ ਲਏ ਹੋਣੇ ਨੇ। ਪਰ ਉਹ ਗੱਲ ਨਾ ਬਣੀ। ਜ਼ਿੰਦਗੀ ਦੀ ਅੱਟੀ ਉਲਝਣੀ ਸ਼ੁਰੂ ਹੋਈ ਤੇ ਫਿਰ ਉਲਝਦੀ ਗਈ। ਤੇ ਫਿਰ ਉਹ ਰਾਤ ਵੀ ਅੱਖੀਂ ਡਿੱਠੀ ਜਿਸ ਮੇਰਾ ਤੀਲਾ ਤੀਲਾ ਖੰਡਾ ਦਿੱਤਾ ਸੀ। ਔਂਤਰੀ ਉਹਨਾਂ ਦੇ ਮੋਢੇ ਸਿਰ ਸੁੱਟੀ ਅੰਦਰ ਵੜ ਗਈ। ਦੋਵੇਂ ਜਣੇ ਕੁੱਟ ਨਸ਼ੇ ਵਿੱਚ ਐਨ ਚੂਰ ਹੋਏ ਹੋਏ ਸੋਫੇ ਤੇ ਬੈਠੇ ਨਹੀਂ, ਬਸ ਇੱਕ ਤਰ੍ਹਾਂ ਜਿਵੇਂ ਢਹਿ ਪਏ। ਤੇ ਫਿਰ ਉੱਥੋਂ ਹੀ ਮੇਰੇ ਸਾਹਮਣੇ ਖੇ ਖਰਾਬੀ ਕਰਨ ਲੱਗ ਗਏ। ਤਾਂ ਮੇਰੇ ਪਾਸੋਂ ਚੱਲਿਆ ਨਾ ਗਿਆ। ਚੱਲਦੀ ਵੀ ਕਿਵੇਂ, ਕੋਈ ਔਰਤ ਵੀ ਨਹੀਂ ਚੜ ਸਕਦੀ, ਕੋਈ ਔਰਤ ਵੀ ਨਹੀਂ ਚੜ ਸਕਦੀ। ਦਿਲ ਕੀਤਾ ਉਸ ਬਦਸਾਤੀਆਂ ਬੋਟੀਆਂ ਪੋਟੀਆਂ ਕਰ ਸੱਟਾਂ ਉਸ ਰੰਡੀ ਦੇ ਝੱਟ ਨੂੰ ਫੜ ਕੇ। ਅਜੇ ਇੱਕ ਹੀ ਮਾਰੀ ਸੀ ਕਿ ਭਬਕ ਪਏ। ਤੇ ਫਿਰ ਉਹਨਾਂ ਦੋਹਾਂ ਮੇਰੇ ਉਹ ਹੱਡ ਪੰਨੇ ਬਸ ਮੈਂ ਹੀ ਜਾਣਦੀ ਹਾਂ, ਜਾਂ ਮੇਰਾ ਪਰਮਾਤਮਾ। ਮੈਂ ਹੀ ਜਾਣਦੀ ਹਾਂ, ਜਾਂ ਮੇਰਾ ਪਰਮਾਤਮਾ। ਉਸਦਾ ਸ਼ਬਦ ਕਰਦਿਆਂ ਵੀ ਹੌਕਾ ਨਿਕਲ ਗਿਆ। ਉਸ ਨੀਵੀਂ ਪਾ ਲਈ। ਸੋਚਿਆ ਸੀ ਘਰ ਛੱਡ ਕੇ ਕਿਤੇ ਨਹੀਂ ਜਾਣਾ, ਬੇਸ਼ੱਕ ਕੁਝ ਵੀ ਹੋ ਜਾਏ। ਤੇ ਜਾ ਵੀ ਕਿੱਥੇ ਸਕਦੀ ਸਾਂ ਮੈਂ, ਕਿੱਥੇ ਜਾ ਸਕਦੀ ਸਾਂ? ਸਾਡਾ ਤਾਂ ਇੱਥੇ ਦੂਰ ਨੇੜੇ ਵੀ ਕੋਈ ਨਹੀਂ ਸੀ। ਪਰ ਉਹਨਾਂ ਦੀ ਬੇਰਹਿਮੀ ਨੇ ਸਾਰਾ ਕੁਝ ਕਰਾਇਆ ਜਿਸ ਦੀ ਆਸ ਨਹੀਂ ਸੀ। ਉਹਨਾਂ ਨਿੱਤ ਦਾ ਨੇਮ ਬਣਾ ਕੇ ਮੈਨੂੰ ਮਾਰਨਾ ਕੱਟਣਾ ਸ਼ੁਰੂ ਕਰਤਾ। ਮੇਰੇ ਸਾਹਮਣੇ ਉਹ ਤੱਦੀਆਂ ਕਰਦੇ ਰਹੇ। ਸਾਰੀ ਰਾਤ ਠੰਡੇ ਫਰਸ਼ ਤੇ ਪਈ ਰਹਿੰਦੀ। ਉਹਨਾਂ ਮੈਨੂੰ ਅਦਮੋਈ ਪਈ ਨੂੰ ਕਦੇ ਪਾਣੀ ਤੱਕ ਨਹੀਂ ਸੀ ਪੁੱਛਿਆ। ਕਈ ਵਾਰੀ ਖੁਦਕੁਸ਼ੀ ਕਰਨ ਬਾਰੇ ਸੋਚਿਆ ਸੀ, ਕਈ ਵਾਰੀ ਫਿਰ ਸੋਚੀਦਾ ਸੀ ਮਰ ਜਾਊਂਗੀ ਤਾਂ ਫਿਰ ਮਰ ਜਾਊ ਬਾਪਿਆਂ ਦੀ ਧੀ ਜਾਂ ਇਸ ਮਾਸੂਮ ਦੀ ਮਾਂ। ਉਹਨਾਂ ਦਾ ਕੀ ਜਾਣਾ, ਉਹਨਾਂ ਦਾ ਕੀ ਜਾਣਾ। ਇੱਕ ਰਾਤ ਨਾ ਉਹਨਾਂ ਸਾਨੂੰ ਮਾਂ ਪੁੱਤਾਂ ਨੂੰ ਬਾਹਰ ਕੱਢ ਅੰਦਰੋਂ ਜਿੰਦਾ ਮਾਰ ਲਿਆ। ਉਸ ਰਾਤ ਮੇਰੇ ਭਾ ਦਾ ਅਸਮਾਨ ਪਲਟ ਗਿਆ। ਮੈਨੂੰ ਨਹੀਂ ਸੀ ਪਤਾ ਹੱਥੜੀ ਮਾਰ ਕਿਵੇਂ ਰੋਈਦਾ। ਹਾਏ ਓਏ ਮੇਰੇ ਡਾਡਿਆ ਰੱਬਾ, ਕਿਸੇ ਦੀ ਕੱਲੀ ਧੀ ਨਾ ਪਰਦੇਸਣ ਹੋਵੇ। ਉਹਨਾਂ ਦਾ ਨਾ ਇੱਕ ਰਿਸ਼ਤੇਦਾਰ ਕੁਦਰਤੀ ਉੱਧਰੋਂ ਦੀ ਜਾ ਰਿਹਾ ਸੀ। ਉਹ ਮੈਨੂੰ ਆਪਣੇ ਘਰ ਲੈ ਗਿਆ। ਉਸਨੇ ਥੋੜਾ ਚਿਰ ਮੈਨੂੰ ਆਪਣੇ ਘਰ ਵੀ ਰੱਖਿਆ, ਕੰਮ ਤੇ ਲਵਾਇਆ, ਤੇ ਫਿਰ ਵਜ੍ਹਾ ਨਾਲ ਵੱਖਰੀ ਕਿਸੇ ਹੋਰ ਥਾਂ ਤੇ ਰਹਿਣ ਲਈ ਕਹਿ ਦਿੱਤਾ।
वो भी सच्चा सी वो भी। उस बेचारे ने मेरा भला किया, कदे मैनू माड़ी नज़र नाल नहीं सी देखा, पर लोगों ने उसते भी उज्जां लाउणियां शुरू कर दित्तियां सी। ते फिर तुसीं दसो की करता। किराए दे मकान भालदे इत्थे आ गए। उस मूँह चुक सारिਆਂ ਨੂੰ ਪ੍ਰਸ਼ਨ ਨਜ਼ਰਾਂ ਤੇ ਉਦਾਸ ਦਿਲ ਨਾਲ ਤੱਕਿਆ, ਜਿਵੇਂ ਕਹਿ ਰਹੀ ਹੋਵੇ ਇਸ ਤੋਂ ਬਾਅਦ ਦੇਖੋ ਕਿੱਥੇ ਜਾਂਦੀ ਹਾਂ। ਇੱਕ ਝਿਜਕ ਸੀ, ਡਰ ਸੀ ਲੋਕਾਂ ਦਾ, ਜੋ ਹੁਣ ਹਟ ਗਿਆ। ਲੋਕਾਂ ਮੇਰੇ ਮਾਪਿਆਂ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਲਿਖੀਆਂ, ਉਹਨਾਂ ਮੇਰੇ ਪਾਸੋਂ ਪੁੱਛੀਆਂ, ਮੈਂ ਸਾਫ਼ ਲਿਖਤਾ ਵੀ ਜੋ ਕੁਝ ਹੋਇਆ ਸੀ। ਚੰਗਾ, ਮੈਂ ਹੁਣ ਚੱਲਦੀ ਹਾਂ, ਬਥੇਰਾ ਬੈਠ ਲਿਆ। ਸ਼ਮਿੰਦਰ ਉੱਠੀ ਤੇ ਆਪਣੇ ਕਾਰਪੇਟ ਉੱਤੇ ਖੇਲੇ ਬੱਚੇ ਨੂੰ ਚੁੱਕਣ ਲੱਗੀ। ਅਸਲ ਵਿੱਚ ਉਸਦਾ ਭਰੇ ਪਰਿਵਾਰ 'ਚ ਉੱਠ ਕੇ ਜਾਣ ਨੂੰ ਜੀ ਨਹੀਂ ਸੀ ਕਰਦਾ, ਪਰ ਅਚਾਨਕ ਹੀ ਉਸ ਉਪਰਾਪਨ ਮਹਿਸੂਸ ਕੀਤਾ ਸੀ ਤੇ ਜਾਣ ਲਈ ਤਿਆਰ ਹੋ ਗਈ। ਰਤਨੀ ਨੇ ਰੋਕ ਲਿਆ। ਸ਼ਮਿੰਦਰ, ਮੈਂ ਰੋਟੀ ਲਾਉਣ ਲੱਗੀ ਹਾਂ, ਹੁਣ ਖਾ ਕੇ ਜਾਵੀਂ, ਕਿੱਥੇ ਇਕੱਲੀ ਪਕਾਉਂਦੀ ਫਿਰੇਂਗੀ। ਤੇ ਫਿਰ ਥੋੜੀ ਜਿਹੀ ਨਾ ਨੁੱਕਰ ਪਿੱਛੋਂ ਉਹਨਾਂ ਨਾਲ ਰੋਟੀ ਖਾਣ ਲਈ ਇੱਕ ਮੇਜ਼ ਦੁਆਲੇ ਜੁੜ ਬੈਠੀ। ਸਾਰੇ ਪਰਿਵਾਰ ਨੂੰ ਰੋਟੀ ਖਾਣ ਜੁੜਿਆ ਦੇਖ ਉਸ ਕਿਹਾ, ਕੱਲੀ ਜਨਾਨੀ ਦਾ ਵੀ ਕੀ ਹੈ, ਕਈ ਵਾਰ ਭੁੱਖ ਹੋਣ ਤੇ ਵੀ ਰੋਟੀ ਲਾਉਣ ਨੂੰ ਜੀ ਨਹੀਂ ਕਰਦਾ। ਸੋਚੀਦਾ ਕਿੱਥੇ ਦੋ ਰੋਟੀਆਂ ਲਈ ਭਾਂਡੇ ਖੜਕਾਉਂਦੀ ਫਿਰਾਂਗੀ। ਅੱਗੇ ਉਹਨਾਂ ਦੇ ਆਉਣ ਦਾ ਵੇਲਾ ਹੋਇਆ ਨਹੀਂ ਤੇ ਪੈਰ ਆਪਣੇ ਆਪ ਕਿਚਨ ਵੱਲ ਗਏ ਨਹੀਂ। ਰੋਟੀ ਵੇਲਦੀ ਤੇ ਮੂੰਹ ਆਪ ਮਾਰੇ ਗੀਤ ਫੁੱਟਣ ਲੱਗਦੇ ਸੀ, ਆਪੇ ਗੀਤ ਨਿਕਲਦੇ ਸੀ। ਹੁਣ ਗੀਤਾਂ ਦੀ ਥਾਂ ਆਹਾਂ ਵੀ ਖਤਮ ਹੁੰਦੀਆਂ ਜਾ ਰਹੀਆਂ। ਸੱਚ ਜਾਣਿਓ ਭਾਜੀ, ਕਦੇ ਦਿਲ ਕਰਦਾ ਵੀ ਕਿਸੇ ਦੀ ਬਾਂਹ ਵਿੱਚ ਬਾਂਹ ਪਾ ਕੇ ਉਹਨਾਂ ਦੇ ਸਾਹਮਣੇ ਫਿਰਾਂ। ਕਿਸੇ ਦਾ ਵਸਦਾ ਕਰਪੱਟਾ ਜੋ ਈਰਖਾ ਉਹਨਾਂ ਮੇਰੇ ਪੱਲੇ ਪਾਈ ਹੈ ਨਾ, ਉਸ ਨਾਲ ਉਹਨਾਂ ਦੀ ਵੀ ਝੋਲੀ ਭਰ ਦਿਆਂ। ਕਦੇ ਕਦੇ ਇਉਂ ਜੀ ਕਰਦਾ ਚਾਲੀਆਂ ਨੂੰ ਟੁੱਕੇ ਅੰਦਰ ਸਿਉਂ ਦਾ ਦਿਲ ਧੱਕ ਕਰਕੇ ਰਹਿ ਗਿਆ। ਮੇਜ਼ ਥੱਲਿਓਂ ਲੱਤਾਂ ਹਟਾ ਉਸ ਕੁਰਸੀ ਹੇਠਾਂ ਕਰ ਲਈਆਂ। ਉਸਦੇ ਚਿਹਰੇ ਦਾ ਬਦਲਦਾ ਰੰਗ ਸ਼ਮਿੰਦਰ ਭਾਂਪ ਗਈ। ਥੋੜਾ ਜਿਹਾ ਮਾਨੀ ਮਨ ਮੁਸਕਰਾਈ ਤੇ ਫਿਰ ਜ਼ਬਤ ਕਰਦਿਆਂ ਵੀ ਮੁਸਕਰਾਹਟ ਉਸਦੇ ਹੋਂਠਾਂ ਤੋਂ ਗਿਰ ਗਈ। ਬਸ ਕਰ ਭੈਣ ਜੀ, ਐਵੇਂ ਨਹੀਂ ਫਜ਼ੂਲ ਸੋਚੀਦਾ ਹੁੰਦਾ। ਰਤਨੀ ਨੇ ਪਸ਼ੂਆਂ ਨੂੰ ਦੂਜੇ ਦੀ ਖੁਰਲੀ ਵਿੱਚ ਮੂੰਹ ਮਾਰਦਿਆਂ ਨੂੰ ਦੇਖਿਆ ਹੋਇਆ ਸੀ। ਇਹੋ ਜਿਹੀ ਤੀਵੀਂ ਫਿਰ ਆਦਮੀ ਦੀ ਰਾਗ ਨੂੰ ਕਿਉਂ ਨਹੀਂ ਜਾਣ ਸਕਦੀ, ਖਾਸ ਕਰ ਉਸ ਪਸ਼ੂ ਨੂੰ ਜੋ ਵੰਡ ਤੇ ਪਰਚਿਆ ਹੋਇਆ ਆਪਣਾ ਕੱਟੜੂ ਵੀ ਭੁੱਲ ਜਾਣ ਵਾਲਾ ਹੋਵੇ। ਉਹ ਜਾਣਦੀ ਸੀ ਇੰਦਰ ਸਿਉਂ ਦੇ ਸੁੱਤਾ ਨਹੀਂ। ਉਸ ਵੱਲ ਪਾਸਾ ਪਰਤਦਿਆਂ ਰਤਨੀ ਨੇ ਕਿਹਾ, ਮੈਂ ਕਿਹਾ ਜੀ ਸੌਂਗੇ? ਨਹੀਂ ਨਹੀਂ, ਉਸ ਜਾਗਦਿਆਂ ਵਾਂਗੀ ਜਵਾਬ ਦਿੱਤਾ। ਕੀ ਗੱਲ, ਨੀਂਦ ਨਹੀਂ ਆਉਂਦੀ? ਉਸਨੇ ਚੋਬ ਲਾਈ। ਕੀ ਸੋਚਦੇ ਸੀ? ਕੁਝ ਵੀ ਨਹੀਂ ਸੀ ਸੋਚਦਾ। ਜੀ ਮੈਨੂੰ ਤਾਂ ਇੱਕ ਸੁਪਨਾ ਆਇਆ, ਬਟ ਇਹ ਹੋਰ ਤਰ੍ਹਾਂ ਦਾ ਹੈ, ਸੁਣਾਵਾਂ?
सुना दे सुना दे की सुपना आया। ਪਤਾ ਨਹੀਂ ਵੀ ਆਪਾਂ ਕਿੱਥੇ ਆ। ਐਂ ਜੇ ਤਾਂ ਪਤਾ ਨਹੀਂ ਲੱਗਦਾ ਵੀ ਜਿਵੇਂ ਆਪਣਾ ਇਸ ਘਰ ਵਰਗਾ ਇੱਕ ਘਰ ਹੈ ਪਰ ਹੈ ਉਹ ਇੰਡੀਆ 'ਚ। ਆਪਾਂ ਸਾਰੇ ਉਹਦੇ 'ਚ ਰਹਿੰਦੇ ਆ। ਉੱਥੇ ਆਪਣੇ ਘਰ 'ਚ ਇੱਕ ਮੱਖੀ ਆ ਜਾਂਦੀ ਹੈ। ਪਤਾ ਨਹੀਂ ਕਿੱਥੋਂ ਆ ਜਾਂਦੀ ਹੈ। ਉਹ ਮੱਖੀ ਨਾ ਤੁਹਾਡੇ ਦੁਆਲੇ ਐ ਪੀ ਕਰਦੀਆਂ ਆ ਭੌਣ ਲੱਗ ਜਾਂਦੀ ਹੈ। ਤੇ ਫਿਰ ਮੈਨੂੰ ਪਤਾ ਨਹੀਂ ਕੌਣ ਦੱਸ ਦਿੰਦਾ ਹੈ ਵੀ ਇਸ ਮੱਖੀ ਨੂੰ ਮਾਰਨ ਲਈ ਇਹਦੇ ਮਗਰ ਭੱਜਦੇ ਮੈਂ ਭੱਜਣ ਲੱਗਦੀ ਹਾਂ। ਉਹ ਤੁਹਾਡੇ ਦੁਆਲੇ ਹੋਰ ਕੀੜੇ ਕੱਢਣ ਲੱਗ ਜਾਂਦੀ ਹੈ ਤੇ ਤੁਸੀਂ ਮੇਰੇ ਮਗਰ ਮੈਨੂੰ ਮਾਰਨ ਵਾਸਤੇ। ਇਸ ਤਰ੍ਹਾਂ ਆਪਾਂ ਤਿੰਨੇ ਇੱਕ ਚੱਕਰ ਜੇ ਵਿੱਚ ਨਾ ਐਂ ਜਿਵੇਂ ਇੱਕ ਦੂਜੇ ਦੇ ਮਗਰ ਭੱਜਦੇ ਆ। ਤੁਸੀਂ ਆਖੇ ਜਾਂਦੇ ਹੋ ਵੀ ਨਾ ਮਾਰ ਇਹਨੂੰ, ਨਾ ਮਾਰੇ, ਸੋਨ ਚਿੜੀਏ ਮੱਖੀ ਨਹੀਂ ਗੀ। ਮੈਂ ਆਖਦੀ ਹਾਂ ਨਹੀਂ, ਇਹ ਸੋਨ ਚਿੜੀ ਨਹੀਂ, ਮੱਖੀ ਹੈ। ਇਹਨੇ ਤੁਹਾਨੂੰ ਲੜ ਜਾਣਾ ਤੇ ਜ਼ਹਿਰ ਮੈਨੂੰ ਚੜ ਜਾਣਾ। ਤੁਸੀਂ ਫੇਰ ਕਹਿੰਦੇ ਹੋ ਭਲੀਏ ਲੋਕੇ ਵੀ ਤੂੰ ਕਦੇ ਸੋਨ ਚਿੜੀ ਦੇਖੀ ਹੋਵੇ ਤਾਂ ਤੈਨੂੰ ਪਤਾ ਹੋਵੇ ਸੋਨ ਚਿੜੀ ਹੈ। ਜੀ ਐਂ ਕਰਦਿਆਂ ਆਪਣਾ ਘਰ ਹਿੱਲਣ ਲੱਗ ਜਾਂਦਾ ਹੈ। ਬੱਤੀਆਂ ਬੁਝ ਜਾਂਦੀਆਂ, ਹਨੇਰਾ ਜਿਹਾ ਹੋ ਜਾਂਦਾ ਹੈ। ਮੈਂ ਡਰਦੀ ਮਾਰੀ ਇੱਕ ਕੰਧ ਨਾਲ ਲੱਗ ਜਾਂਦੀ ਹਾਂ ਤੇ ਫੇਰ ਮੇਰੀ ਅੱਖਾਂ ਐਂ ਖੁੱਲ ਜਾਂਦੀ, ਪਟਕ ਐਂ ਖੁੱਲ ਗਈ ਮੇਰੀ ਅੱਖ। ਭਲਾ ਕੀ ਹੋਇਆ ਇਹ ਸੁਪਨਾ ਹੈ? ਮੈਨੂੰ ਤਾਂ ਨਹੀਂ ਸਮਝ ਲੱਗੀ। ਤੁਸੀਂ ਦੱਸਿਓ ਵੀ ਕੀ ਹੋਇਆ ਇਹ ਸੁਪਨਾ, ਇਹਦਾ ਮਤਲਬ ਕੀ ਹੋਇਆ? ਦੱਸੋ ਕੀ ਹੋਇਆ ਸੁਪਨੇ ਦਾ ਮਤਲਬ? ਮੈਨੂੰ ਤਾਂ ਸਮਝ ਨਹੀਂ ਲੱਗਿਆ। ਤੁਸੀਂ ਦੱਸੋ ਵੀ ਕੀ ਹੈ ਇਹਦਾ ਮਤਲਬ? ਰਤਨੀ ਨੇ ਉਕਸਾਊ ਢੰਗ ਨਾਲ ਇੰਦਰ ਸਿੰਘ ਨਾਲ ਲਿਪਟਦਿਆਂ ਕਿਹਾ, ਜੀ ਮੈਨੂੰ ਤਾਂ ਹਜੇ ਵੀ ਡਰ ਲੱਗੀ ਜਾਂਦਾ ਹੈਗਾ। ਬੜਾ ਡਰ ਲੱਗੀ ਜਾਂਦਾ ਮੈਨੂੰ ਹਲੇ। डर काहदा लगदा तैनूं? ਇੰਦਰ ਨੂੰ ਜਿਵੇਂ ਅਜੇ ਵੀ ਸਮਝ ਨਹੀਂ ਲੱਗੀ ਸੀ। नहीं जी, लगी जांदा मैनूं डर, ਬੜਾ ਡਰ ਲੱਗੀ ਜਾਂਦਾ ਮੈਨੂੰ ਡਰ। ਅਖੀਰ ਉਹ ਮੰਨ ਗਿਆ ਸੀ ਕਿ ਬੇਸਮੈਂਟ ਖਾਲੀ ਕਰਕੇ ਕਿਸੇ ਟੱਬਰ